निहाल। गुरु प्यारी साध संगत जी, वाहिगुरू जी का खालसा, वाहिगुरू जी की फतेह। जिवें कि ਅਸੀਂ ਸਾਰੇ ਜਾਣਦੇ ਹਾਂ ਕਿ ਜਗਤ ਗੁਰੂ ਬਾਬਾ ਨਾਨਕ ਜੀ ਦਾ ਅਧਿਆਤਮਕ ਉਪਦੇਸ਼ ਇੰਨਾ ਨਿਰੋਲ ਸੀ ਕਿ ਉਹ ਹਰ ਤਰ੍ਹਾਂ ਦੇ ਜਾਤ, ਮਜ਼ਹਬ, ਲਿੰਗ, ਹਰ ਤਰ੍ਹਾਂ ਦੇ ਭੇਦ ਤੋਂ, ਹਰ ਤਰ੍ਹਾਂ ਦੇ ਖੇਤਰ ਦੇ ਭੇਦ ਤੋਂ ਉੱਪਰ ਉੱਠ ਕੇ ਸੀ ਔਰ ਉਸ ਨੂੰ ਥਾਂ ਥਾਂ ਦੇ ਉੱਤੇ ਹਰ ਵਰਗ ਨਾਲ ਜੁੜੇ ਹੋਏ ਜਿਹੜੇ ਲੋਕ ਹੈ ਉਹਨਾਂ ਨੇ ਕਬੂਲ ਕੀਤਾ ਔਰ ਹਰ ਵਰਗ ਦੇ ਵਿੱਚੋਂ ਮਕਬੂਲ ਹੋਇਆ। ਅਤੇ ਅੱਜ ਆਓ ਆਪ ਜੀ ਨੂੰ ਅਜਿਹੇ ਹੀ ਇੱਕ ਸਫ਼ਰ 'ਤੇ ਲੈ ਕੇ ਚੱਲਣ ਵਾਲੇ ਹਾਂ। ਇਹ ਸਫ਼ਰ ਹੈ ਬਾਬਾ ਨਾਨਕ ਜੀ ਦੀ ਅਰਬ ਯਾਤਰਾ ਦਾ। ਅਰਬ ਯਾਤਰਾ ਦਾ ਇਹ ਸਫ਼ਰ ਇਹ ਕਿਸੇ ਸੁਣੀ ਸੁਣਾਈ ਗੱਲ 'ਤੇ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਸ ਵਿਅਕਤੀ ਵੱਲੋਂ ਇਹ ਗੱਲਾਂ ਜਿਹੜੀਆਂ ਸੰਗਤ ਵਿੱਚ ਰੱਖੀਆਂ ਗਈਆਂ, ਜਿਨ੍ਹਾਂ ਨੂੰ ਕਲਮਬੱਧ ਕੀਤਾ ਗਿਆ, ਜਿਨ੍ਹਾਂ ਨੇ ਕਿ ਖੁਦ ਉਹਨਾਂ ਪੁਸਤਕਾਂ ਦਾ ਵਿਵੇਚਨ ਕੀਤਾ, ਉਹਨਾਂ ਪੁਸਤਕਾਂ ਨੂੰ ਪੜ੍ਹਿਆ ਔਰ ਉਹਨਾਂ ਪੁਸਤਕਾਂ ਦੇ ਹਵਾਲੇ ਦੇ ਨਾਲ ਉਹ ਯਾਤਰਾਵਾਂ ਕੀਤੀਆਂ ਨੇ। ਉੱਥੇ ਜਾ ਕੇ ਜੋ ਮੌਕੇ ਦੇ ਮੌਜੂਦ ਧਾਰਮਿਕ ਸਥਾਨ ਸੀ ਉਹਨਾਂ ਦੇ ਦਰਸ਼ਨ ਕੀਤੇ ਨੇ ਔਰ ਉਹ ਜੋ ਉਹਨਾਂ ਨੇ ਸਟੇਜਾਂ ਦੇ ਉੱਤੇ ਕਥਾ ਕਹਾਣੀਆਂ ਜਿਹੜੀਆਂ ਆਪਣੇ ਨਾਲ ਹੋਈਆਂ ਬੀਤੀਆਂ ਸੁਣਾਈਆਂ ਨੇ, ਇਹ ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਕਲਮਬੱਧ ਕੀਤਾ ਗਿਆ ਹੈ। ਔਰ ਦੱਸ ਦਈਏ ਇਹ ਉਹ ਸ਼ਖਸੀਅਤ ਨੇ ਜਿਹੜੀ ਕਿ ਪਹਿਲੇ ਇਸਲਾਮ ਧਰਮ ਦੀ ਜਿਹੜੀ ਆ ਉਹ ਧਾਰਨੀ ਸੀ, ਇਸਲਾਮ ਮਜ਼ਹਬ ਨਾਲ ਜੁੜੇ ਹੋਏ ਸੀ ਲੋਕ। ਔਰ ਇਹ ਕਸ਼ਮੀਰ ਤੋਂ ਜਾਂਦੇ ਨੇ ਅਰਬ ਦੇ ਵਿੱਚ, ਮੱਕੇ ਦੇ ਵਿੱਚ ਯੂਨੀਵਰਸਿਟੀ 'ਚ ਪੜ੍ਹਨ ਜਾਂਦਾ ਨੌਜਵਾਨ, ਅਤੇ ਉਸ ਨੂੰ ਉੱਥੇ ਜਾ ਕੇ ਜੋ ਕੁਝ ਪੁਸਤਕਾਂ ਮਿਲਦੀਆਂ ਨੇ ਉਹਨਾਂ ਦੇ ਉੱਤੇ ਖੋਜ ਕਰਦਾ ਅਤੇ ਬਾਬਾ ਨਾਨਕ ਜੀ ਦੇ ਉਪਦੇਸ਼ ਦੇ ਉੱਤੇ ਚੱਲਦਾ ਹੈ। ਜੇ ਇੰਨਾ ਅਸਰ ਹੋ ਜਾਂਦਾ ਕਿ ਆਖਰ ਨੂੰ ਉਹ ਅੰਮ੍ਰਿਤਧਾਰੀ ਸਿੰਘ ਸੱਜ ਜਾਂਦੇ ਨੇ ਅਤੇ ਸਿੱਖੀ ਦੇ ਪ੍ਰਚਾਰਕ ਬਣ ਜਾਂਦੇ ਨੇ। ਤੋ ਇਹ ਸਫ਼ਰ ਆਪਾਂ ਹੈ ਸ਼ੁਰੂ ਕਰਦੇ ਹਾਂ ਅੱਜ। ਤੋ ਇਹ ਪੁਸਤਕ ਸਾਡੇ ਕੋਲ ਇੱਕ ਉਪਲਬਧ ਹੈ ਜਿਹੜੀ ਕਿ ਰਾਮਪੁਰ ਖੇੜਾ ਦੇ ਸੰਤਾਂ ਨੇ ਜਿਹੜੀ ਹੈ ਉਪਰਾਲਾ ਕੀਤਾ ਹੈ ਇਹਨੂੰ ਫ੍ਰੀ ਡਿਸਟਰੀਬਿਊਟ ਕਰਨ ਦਾ। ਅਤੇ ਅਸੀਂ ਵੀ ਸਮਝਦੇ ਹਾਂ ਕਿ ਸਾਡਾ ਵੀ ਫਰਜ਼ ਬਣਦਾ ਕਿ ਇਹੋ ਜਿਹੇ ਜਿਹੜੇ ਉਪਰਾਲੇ ਨੇ ਜਿਨ੍ਹਾਂ ਸੰਗਤਾਂ ਤੱਕ ਜਿਹੜੇ ਉਹ ਪਹੁੰਚਣੇ ਬਹੁਤ ਜ਼ਰੂਰੀ ਨੇ। ਤੋਂ ਅਸੀਂ ਕੇਸਰੀ ਵਿਰਾਸਤ ਰਾਹੀਂ ਖੁਸ਼ੀ ਲੈ ਰਹੇ ਹਾਂ ਕਿ ਉਹਦੇ ਵਿੱਚੋਂ ਉਹਦੇ ਹਵਾਲੇ ਨਾਲ ਜੋ ਉੱਥੇ ਲੇਖਕ ਨੇ ਛਾਪਿਆ ਅਸੀਂ ਆਪ ਜੀ ਨਾਲ ਸਾਂਝਾ ਕਰੀਏ। ਤੋਂ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ। ਜੋ ਲੇਖਕ ਨੇ ਜਿਸ ਨੇ ਲਿਖਿਆ ਹੈ ਉਹ ਦੱਸਦਾ ਹੈ ਕਿ ਮੇਰੇ ਮਾਤਾ ਪਿਤਾ 1947 ਈਸਵੀ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਕਾਨਪੁਰ ਯੂਪੀ ਵਿੱਚ ਵਸ ਗਏ। ਮੈਂ ਯਾਨੀ ਕਿ ਹਰਮਹਿੰਦਰ ਸਿੰਘ ਲੇਖਕ ਦੱਸਦਾ ਹੈ ਉਸ ਵੇਲੇ 7ਵੀਂ ਜਮਾਤ ਵਿੱਚ ਪੜ੍ਹਦਾ ਸੀ। 1950 ਈਸਵੀ ਵਿੱਚ ਮੈਂ ਜਦੋਂ 10ਵੀਂ ਜਮਾਤ ਵਿੱਚ ਸਾਂ ਤਾਂ ਸ਼ਹੀਦ ਪ੍ਰਿਥੀਪਾਲ ਸਿੰਘ ਨੇ ਕਾਨਪੁਰ ਦੇ ਗੁਰਦੁਆਰਿਆਂ ਵਿੱਚ ਆਪਣੇ ਭਾਸ਼ਣ ਦੇਣੇ ਸ਼ੁਰੂ ਕੀਤੇ। ਮੈਂ 1959 ਈਸਵੀ ਵਿੱਚ ਨੌਕਰੀ ਦੇ ਸਿਲਸਿਲੇ ਵਿੱਚ ਬਾਹਰ ਜਾਣ ਤੱਕ ਉਹਨਾਂ ਦੇ ਭਾਸ਼ਣ ਸੁਣਦਾ ਰਿਹਾ। ਉਹਨਾਂ ਨੂੰ ਗੁਰਬਾਣੀ ਵੀ ਬੜੀ ਯਾਦ ਸੀ ਅਤੇ ਕੁਰਾਨ ਸ਼ਰੀਫ ਵੀ। ਉਸ ਸਮੇਂ ਉਹਨਾਂ ਤੋਂ ਇਲਾਵਾ ਸੰਤ ਮਸਕੀਨ ਜੀ, ਪ੍ਰਿੰਸੀਪਲ ਸਤਵੀਰ ਸਿੰਘ ਜੀ, ਸੰਤ ਨੇਚਲ ਸਿੰਘ ਜੀ ਅਤੇ ਸੰਤ ਗਰੀਬ ਸਿੰਘ ਜੀ ਵੀ ਜਿਹੜੇ ਆ ਉਹ ਭਾਸ਼ਣ ਦਿਆ ਕਰਦੇ ਸੀ। ਪਰ ਲੇਖਕ ਦਾ ਕਹਿਣਾ ਕਿ ਸੰਗਤਾਂ ਵਿੱਚ ਸ਼ਹੀਦ ਪ੍ਰਿਥੀਪਾਲ ਸਿੰਘ ਜਿਹੜੇ ਸੀ ਉਹ ਜ਼ਿਆਦਾ ਮਕਬੂਲ ਸੀ ਅਤੇ ਉਹਨਾਂ ਦੇ ਭਾਸ਼ਣ ਦੇਣ ਦਾ ਜਿਹੜਾ ਤਰੀਕਾ ਸੀ ਉਹ ਸਭ ਨੂੰ ਆਕਰਸ਼ਿਤ ਕਰਦਾ ਸੀ। ਔਰ ਇੰਨਾ ਆਕਰਸ਼ਣ ਭਰਿਆ ਸੀਗਾ ਕਿ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਆਉਣਾ ਹੁੰਦਾ ਸੀ ਉਹਨਾਂ ਨੇ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਜਿਹੜੇ ਗੈਲਰੀਆਂ ਨੇ, ਹਾਲ ਨੇ, ਸਾਰੇ ਪਾਸੇ ਜਿਹੜੀ ਖੁੱਲ੍ਹੀ ਥਾਂ ਹੈ ਉਹ ਭਰ ਜਾਂਦੀ ਸੀ ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ ਕਿ ਜੋ ਗੁਰੂ ਨਾਨਕ ਜੀ ਬਾਰੇ, ਉਹਨਾਂ ਦੀ ਮਹਾਨਤਾ ਬਾਰੇ, ਜੇ ਉਹਨਾਂ ਨੇ ਅਰਬ ਦੇ ਵਿੱਚ ਤਜਰਬੇ ਕੀਤੇ ਨੇ ਉਹਨਾਂ ਬਾਰੇ ਸ਼ਹੀਦ ਪ੍ਰਿਥੀਪਾਲ ਸਿੰਘ ਜੀ ਕੀ ਦੱਸਦੇ ਨੇ। ਤੋ ਲੇਖਕ ਹਵਾਲਾ ਦੇ ਰਿਹਾ ਹੈ ਕਿ ਸੰਗਤਾਂ ਵਿੱਚ ਕਹਿੰਦਾ ਉਹਨਾਂ ਦੇ ਭਾਸ਼ਣ ਦਾ ਇਹ ਅਸਰ ਹੁੰਦਾ ਸੀ। ਇਸ ਗੱਲ ਤੋਂ ਲਾਇਆ ਜਾ ਸਕਦਾ ਵੀ ਇੱਕ ਵਾਰ ਕਾਨਪੁਰ ਦੇ ਵਿੱਚ ਉਹ ਭਾਸ਼ਣ ਕਰ ਰਹੇ ਸੀ ਅਤੇ ਉਹਨਾਂ ਨੇ ਸਟੇਜ ਤੋਂ ਸਹਿਜ ਸੁਭਾਅ ਜ਼ਿਕਰ ਕਰ ਦਿੱਤਾ ਕਿ ਮੇਰਾ ਜੋ ਬੇਟਾ ਹੈ ਉਹ ਇੰਜੀਨੀਅਰਿੰਗ ਕਰਾਉਣੀ ਹੈ, ਉਹਦਾ ਦਾਖਲਾ ਕਰਨ ਵਾਸਤੇ ਵੀ ਜਿਹੜੇ ਆ ਉਹ ਸਾਡੇ ਕੋਲ ਸਹਿਯੋਗ ਨਹੀਂ, ਸੰਗਤਾਂ ਦਾ ਆਸਰਾ ਹੈ। ਅਤੇ ਇੰਨੀ ਗੱਲ ਸੀ ਕਿ ਸੰਗਤਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸੰਗਤ ਆ ਉਹ ਉਹਨਾਂ ਦੇ ਲਈ ਮਾਇਕ ਇਮਦਾਦ ਵਾਸਤੇ ਅੱਗੇ ਆਈ ਅਤੇ ਕਈ ਬੀਬੀਆਂ ਨੇ ਆਪਣੇ ਗਹਿਣੇ ਵੀ ਜਿਹੜੇ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਜੀ ਅੱਗੇ ਲਿਆ ਧਰੇ ਕਿ ਤੁਸੀਂ ਆਪਣੇ ਬੱਚੇ ਦਾ ਕਾਰਜ ਕਰਾਓ। ਹੁਣ ਲੇਖਕ ਦੱਸਦਾ ਕਿ ਸੰਤ ਪ੍ਰਿਥੀਪਾਲ ਸਿੰਘ ਜੀ ਦੱਸਦੇ ਸੀਗੇ ਕਿ ਉਹ ਇੱਕ ਵੱਡੇ ਘਰਾਣੇ ਦੇ ਮੁਸਲਮਾਨ ਹੁੰਦੇ ਹੋਏ ਸਿੱਖ ਬਣੇ। ਉਹਨਾਂ ਦਾ ਪਹਿਲਾ ਨਾਮ ਮੁਸ਼ਤਾਕ ਹੁਸੈਨ ਸੀ। ਮੁਸ਼ਤਾਕ ਹੁਸੈਨ ਜੀ ਜਿਹੜੇ ਕਿ
ਸੰਤ ਪ੍ਰਿਥੀਪਾਲ ਸਿੰਘ ਵੱਲੋਂ ਮਸ਼ਹੂਰ ਹੋਏ ਸੀ, ਸ਼ਹੀਦ ਪ੍ਰਿਥੀਪਾਲ ਸਿੰਘ ਜੀ, ਉਹ ਦੱਸਦੇ ਨੇ ਕਿ ਉਹ ਕਸ਼ਮੀਰ ਦੇ ਮੀਰਪੁਰ ਸ਼ਹਿਰ ਵਿਖੇ ਰਹਿੰਦੇ ਸੀ। ਉਹਨਾਂ ਦੇ ਪਿਤਾ ਦਾ ਨਾਮ ਸੀ ਮੁਜ਼ੱਫਰ ਹੁਸੈਨ ਸ਼ਾਹ ਅਤੇ ਦਾਦਾ ਦਾ ਨਾਮ ਪੀਰ ਬਾਕਰ ਸ਼ਾਹ। ਉਹ ਆਪਣੇ ਪਿਤਾ ਦੇ ਇਕਲੌਤੇ ਪੁੱਤਰ ਸੀਗੇ ਅਤੇ ਉਹਨਾਂ ਦੇ ਦਾਦਾ ਜੀ ਜੋ ਪ੍ਰਤਾਪ ਸਿੰਘ ਡੋਗਰਿਆਂ ਵਾਲੇ ਦੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਮੰਤਰੀ ਰਹੇ ਸੀ। ਲਾਹੌਰ ਵਿੱਚ ਉਹਨਾਂ ਅਰਬੀ ਜ਼ੁਬਾਨ ਵਿੱਚ ਡਿਗਰੀ ਹਾਸਲ ਕੀਤੀ ਅਤੇ ਕੁਰਾਨ ਸ਼ਰੀਫ ਦਾ ਗਹਿਰਾ ਅਧਿਐਨ ਵੀ ਕੀਤਾ ਸੀ। ਉਸ ਤੋਂ ਬਾਅਦ 1927 ਵਿੱਚ ਸ਼ਹੀਦ ਪ੍ਰਿਥੀਪਾਲ ਸਿੰਘ ਦੇ ਜੋ ਪਿਤਾ ਜੀ ਹੈ ਉਹ ਮੱਕੇ ਹੱਜ ਲਈ ਜਾਣ ਲਈ ਇੱਕ ਕਾਫਲਾ ਤਿਆਰ ਕੀਤਾ ਉਹਨਾਂ ਨੇ, ਅਤੇ ਨਾਲ ਆਪਣੇ ਬੇਟੇ ਨੂੰ ਜਾਣ ਵਾਸਤੇ ਉਹਨਾਂ ਨੇ ਕਿਹਾ। ਸ਼ਹੀਦ ਪ੍ਰਿਥੀਪਾਲ ਸਿੰਘ ਦੱਸਦੇ ਨੇ ਕਿ ਮੈਂ ਆਪਣੀ ਮਾਂ ਕੋਲੋਂ ਇਜਾਜ਼ਤ ਲੈ ਕੇ ਤਿਆਰ ਹੋ ਗਿਆ। ਮੱਕਾ ਪਹੁੰਚ ਕੇ ਮੇਰੇ ਪਿਤਾ ਨੇ ਮੈਨੂੰ ਮੌਲਵੀ ਫਾਜ਼ਲ ਦੀ ਡਿਗਰੀ ਲੈਣ ਲਈ ਮਦੀਨੇ ਦੀ ਮਿੰਨਾ ਯੂਨੀਵਰਸਿਟੀ ਵਿੱਚ ਦਾਖਲ ਕਰਵਾ ਦਿੱਤਾ। ਮੈਂ ਆਪਣੀ ਕਾਬਲੀਅਤ ਨੂੰ ਵਧਾਉਣ ਲਈ ਮਦੀਨੇ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਲੱਗਾ। ਉਹਨਾਂ ਕੁਝ ਦਿਨਾਂ ਬਾਅਦ ਮੇਰੇ ਹੱਥ ਇੱਕ ਹੱਥ ਲਿਖਤ ਕਿਤਾਬ ਲੱਗੀ ਜਿਸ ਦਾ ਨਾਂ ਸੀ ਸਿਆਹਤੋ ਬਾਬਾ ਨਾਨਕ ਫਕੀਰ, ਭਾਵ ਸਫ਼ਰਨਾਮਾ ਬਾਬਾ ਨਾਨਕ ਫਕੀਰ, ਅਤੇ ਇੱਕ ਹੋਰ ਕਿਤਾਬ ਸੀ ਤਵਾਰੀਖ ਅਰਬ। ਜੋ ਪਹਿਲੀ ਲਿਖਤ ਸੀ ਉਹ ਤਾਜੁਦੀਨ ਦੀ ਲਿਖੀ ਹੋਈ ਸੀ ਅਤੇ ਦੂਜੀ ਸੀ ਖਵਾਜਾ ਜੈਨੁਲਬਦੀਨ। ਪਹਿਲੀ ਕਿਤਾਬ ਭਾਵ ਸਿਆਹਤੋ ਬਾਬਾ ਨਾਨਕ ਫਕੀਰ ਉਹ ਪੜ੍ਹਨ ਤੋਂ ਬਾਅਦ ਸ਼ਹੀਦ ਪ੍ਰਿਥੀਪਾਲ ਸਿੰਘ ਦੱਸਦੇ ਨੇ ਕਿ ਉਹ ਬਹੁਤ ਹੈਰਾਨ ਹੋ ਗਏ ਕਿ ਸਾਰੇ ਅਰਬ ਵਿੱਚ ਬਾਬਾ ਨਾਨਕ ਜੀ ਕਈ ਵੱਡੇ ਵੱਡੇ ਸ਼ਹਿਰਾਂ ਵਿੱਚ ਗਏ ਅਤੇ ਉੱਥੋਂ ਦੇ ਸਾਰੇ ਵੱਡੇ ਪੀਰਾਂ ਨਾਲ ਮੁਲਾਕਾਤ ਕੀਤੀ। ਪੀਰਾਂ ਨੇ ਬਾਬਾ ਜੀ ਦੇ ਨਾਲ ਧਾਰਮਿਕ ਅਤੇ ਕਈ ਤਰ੍ਹਾਂ ਦੇ ਅਣਗਿਣਤ ਸਵਾਲ ਕੀਤੇ, ਜਿਨ੍ਹਾਂ ਦੇ ਹੈਰਾਨਕੁਨ ਜਵਾਬ ਸੁਣ ਕੇ ਉਹਨਾਂ ਸਾਰਿਆਂ ਨੇ ਬਾਬਾ ਜੀ ਦੇ ਪੈਰ ਪਕੜ ਲਏ ਅਤੇ ਆਪਣੇ ਕਈ ਸਾਥੀਆਂ ਦੇ ਨਾਲ ਉਹਨਾਂ ਦੇ ਮੁਰੀਦ ਬਣ ਗਏ। ਇਹ ਕਿਤਾਬ ਉਹਨਾਂ ਨੇ ਕਈ ਵਾਰ ਪੜ੍ਹੀ ਅਤੇ ਉਹਨਾਂ ਦੇ ਦਿਲ ਉੱਤੇ ਇਸ ਕਿਤਾਬ ਦਾ ਬੜਾ ਗਹਿਰਾ ਅਸਰ ਹੋਇਆ। ਦੂਸਰੀ ਕਿਤਾਬ ਤਵਾਰੀਖ ਅਰਬ, ਇਸ ਵਿੱਚ ਉਹਨਾਂ ਨੇ ਪੜ੍ਹਿਆ ਕਿ ਮੱਕਾ ਦੇ ਸਭ ਤੋਂ ਵੱਡੇ ਹਾਜੀ ਰੁਕਨਦੀਨ, ਉਸਨੇ ਬਾਬਾ ਜੀ ਨੂੰ 360 ਸਵਾਲ ਕੀਤੇ ਸੀ, ਜਿਨ੍ਹਾਂ ਦੇ ਹੈਰਾਨੀਜਨਕ ਜਵਾਬ ਸੁਣ ਕੇ ਉਹ ਆਪਣੇ ਸਾਰੇ ਜਿਹੜੇ ਅਜੀਜ਼ ਸੀਗੇ, ਆਪਣੇ ਸਾਥੀ ਸੀ, ਉਹਨਾਂ ਦੇ ਨਾਲ ਬਾਬਾ ਜੀ ਦੇ ਮੁਰੀਦ ਬਣ ਗਏ ਸੀ। ਬਾਬਾ ਜੀ ਕਿਸ ਤਰ੍ਹਾਂ ਅਤੇ ਕਿਵੇਂ ਮੱਕੇ ਆਏ? ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਜੀ ਡੇਰਾ ਇਸਮਾਇਲ ਖਾਨ ਅਤੇ ਪਠਾਨਵਲੀ ਇਲਾਕੇ ਤੋਂ ਹੁੰਦੇ ਹੋਏ ਮਠਨਕੋਟ ਪੁੱਜੇ। ਇਹ ਥਾਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਵੀ ਰਹੀ, ਆਖਰੀ ਹੱਦ ਸੀ ਇਹ। ਇੱਥੇ ਬਾਬਾ ਜੀ ਨੇ ਇੱਕ ਜ਼ਾਲਮ ਬ੍ਰਾਹਮਣ ਦੀ ਜ਼ਿੰਦਗੀ ਨੂੰ ਸਫਲ ਕੀਤਾ ਸੀ। ਇੱਥੇ ਬਾਬਾ ਜੀ ਦਾ ਇੱਕ ਵੱਡਾ ਗੁਰਦੁਆਰਾ ਹੈ ਜੋ ਬਹੁਤ ਪ੍ਰਸਿੱਧ ਹੈ। ਇੱਥੋਂ ਚੱਲ ਕੇ ਬਾਬਾ ਨਾਨਕ ਜੀ ਸਖੋਰ ਸ਼ਹਿਰ ਦੇ ਕੋਲ ਸਾਧੂ ਬੇਲਾ ਜਾ ਡੇਰਾ ਕੀਤਾ। ਇਸ ਥਾਂ ਦੀ ਖੋਜ ਬਾਬਾ ਨੋਕੰਠੀ ਦਾਸ ਨੇ ਕੀਤੀ ਸੀ ਅਤੇ ਉਹ ਉਦਾਸੀਆਂ ਦੇ ਪ੍ਰਬੰਧ ਹੇਠ ਹੈ ਅਤੇ ਇਸ ਸਥਾਨ ਦੀ ਮਹਾਨਤਾ ਸਾਰੇ ਸਿੰਧ ਵਿੱਚ ਹੈ। ਇੱਥੋਂ ਚੱਲ ਕੇ ਬਾਬਾ ਜੀ ਕਰਾਚੀ ਬੰਦਰਗਾਹ ਲਾਗੇ ਠਹਿਰੇ। ਇਸ ਥਾਂ ਦਾ ਨਾਂ ਅਕਾਲ ਬੁੰਗਾ ਹੈ। ਇਸ ਥਾਂ ਨੂੰ ਆਜ਼ਾਦ ਕਰਾਉਣ ਵਾਸਤੇ 1938 ਵਿੱਚ ਸਿੱਖ ਪੰਥ ਨੇ ਭਾਰੀ ਮੋਰਚਾ ਵੀ ਲਾਇਆ ਸੀ। ਸ਼ਹੀਦ ਪ੍ਰਿਥੀਪਾਲ ਸਿੰਘ ਨੇ ਦੱਸਿਆ ਸੀ ਕਿ ਇਸ ਮੋਰਚੇ ਵਿੱਚ ਉਹਨਾਂ ਨੇ ਸਰਗਰਮ ਸੇਵਾਵਾਂ ਨਿਭਾਈਆਂ ਸੀ। ਇੱਥੋਂ ਚੱਲ ਕੇ ਗੁਰੂ ਜੀ ਸਮੁੰਦਰ ਪਾਰ ਅਦਨ ਦੇ ਕਿਬਲੇ ਹੇਠਾਂ ਬੈਠੇ। ਇੱਥੇ ਅੱਜ ਕੱਲ੍ਹ ਬਾਬਾ ਜੀ ਦਾ ਵੱਡਾ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ। ਕਿਬਲੇ ਤੋਂ ਚੱਲ ਕੇ ਗੁਰੂ ਜੀ ਜੱਦਾ ਸ਼ਰੀਫ ਬੀਬੀ ਹਵਾ ਦੀ ਕਬਰ ਕੋਲ ਡੇਰਾ ਕੀਤਾ। ਇੱਥੇ ਹੁਣ ਬਾਬਾ ਜੀ ਦਾ ਆਲੀਸ਼ਾਨ ਗੁਰਦੁਆਰਾ ਹੈ ਜਿਸ ਦਾ ਨਾਂ ਹੈ ਨਾਨਕ ਸ਼ਾਹ ਕਲੰਦਰ। ਇੱਥੋਂ ਜਦੋਂ ਬਾਬਾ ਜੀ 22 ਕੋਹ ਅੱਗੇ ਪਹੁੰਚੇ ਤਾਂ ਉਹਨਾਂ ਨੇ ਪਾਣੀਪਤ ਤੋਂ ਆ ਰਹੇ ਹਾਜੀਆਂ ਦਾ ਕਾਫਲਾ ਵੇਖਿਆ। ਉਸ ਕਾਫਲੇ ਦਾ ਸਰਦਾਰ ਸ਼ਰਫ ਅੱਗੇ ਊਠ 'ਤੇ ਜਾ ਰਿਹਾ ਸੀ। ਕਹਿੰਦੇ ਨੇ ਕਿ ਬਾਬਾ ਜੀ ਨੇ ਜਲਦੀ ਕਾਫਲੇ ਨੂੰ ਪਾਰ ਕਰਕੇ ਸ਼ਾਹ ਹਰਫ ਦੇ ਮੂਹਰੇ ਚੱਲਣਾ ਸ਼ੁਰੂ ਕਰ ਦਿੱਤਾ। ਸ਼ਾਹ ਸ਼ਰਫ ਨੇ ਬਾਬਾ ਜੀ ਦਾ ਫਕੀਰੀ ਲਿਬਾਸ ਵੇਖ ਕੇ ਆਪਣੇ ਮਰੀਦ ਨੂੰ ਬਾਬਾ ਜੀ ਨੂੰ ਰੋਕਣ ਵਾਸਤੇ ਕਿਹਾ। ਉਸ ਦਾ ਖਿਆਲ ਸੀ ਕਿ ਬਹੁਤੇ ਲੋਕ ਜਨਤਾ ਨੂੰ ਠੱਗਣ ਲਈ ਫਕੀਰੀ ਬਾਣਾ ਪਹਿਨ ਲੈਂਦੇ ਨੇ, ਪਰ ਅੰਦਰੋਂ ਫਕੀਰੀ ਵਾਲੀ ਕੋਈ ਬਾਤ ਨਹੀਂ ਹੁੰਦੀ। ਉਸਨੇ ਮਨਸੂਬਾ ਬਣਾਇਆ ਕਿ ਇਹਨਾਂ ਦਾ ਇਮਤਿਹਾਨ ਲਵਾਂਗਾ
ਅਤੇ ਪੂਰੇ ਨਾ ਉਤਰੇ ਤਾਂ ਇਹਨਾਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਕਰਾਂਗਾ। ਇਸ ਖਿਆਲ ਨਾਲ ਉਸਨੇ ਬਾਬਾ ਜੀ ਨੂੰ 62 ਸਵਾਲ ਕੀਤੇ। ਉਹਨਾਂ ਸਾਰਿਆਂ ਦਾ ਹੈਰਾਨਕੁਨ ਜਵਾਬ ਸੁਣ ਕੇ ਤਸੱਲੀ ਹੋਈ ਤਾਂ ਉਸਨੇ ਬਾਬਾ ਜੀ ਤੋਂ ਪੁੱਛਿਆ ਕਿ ਤੁਸੀਂ ਕਿੱਧਰ ਜਾ ਰਹੇ ਹੋ? ਬਾਬਾ ਜੀ ਨੇ ਆਖਿਆ ਮੱਕਾ। ਤਾਂ ਉਸਨੇ ਕਿਹਾ ਕਿ ਆਪ ਤਾਂ ਹਿੰਦੂ ਹੋ, ਮੱਕਾ ਵਿੱਚ ਕਿਸੇ ਗੈਰ ਮੁਸਲਿਮ ਨੂੰ ਨਹੀਂ ਜਾਣ ਦਿੱਤਾ ਜਾਂਦਾ। ਤਾਂ ਬਾਬਾ ਜੀ ਨੇ ਜਵਾਬ ਦਿੱਤਾ, ਵੇਖੋ ਖੁਦਾ ਨੂੰ ਕੀ ਮਨਜ਼ੂਰ ਹੈ। ਜੋ ਇਹ 62 ਸਵਾਲ ਸ਼ਾਹ ਹਰਫ ਨੇ ਕੀਤੇ ਸੀ, ਦੱਸਿਆ ਜਾਂਦਾ ਕਿ ਉਹ ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ਤਵਾਰੀਖ ਗੁਰੂ ਖਾਲਸਾ ਵਿੱਚ ਵੀ ਦਰਜ ਕੀਤੇ ਨੇ। 5 ਮਹੀਨੇ ਬਾਅਦ ਸ਼ਾਹ ਸ਼ਰਫ ਮੱਕੇ ਪਹੁੰਚਿਆ, ਪੈਦਲ ਚੱਲਦਾ ਹੋਇਆ ਆਪਣੇ ਕਾਫਲੇ ਸਮੇਤ। ਉੱਥੇ ਬਾਬਾ ਜੀ ਨੂੰ ਵੇਖ ਕੇ ਉਹ ਹੈਰਾਨ ਹੋ ਗਿਆ। ਪੁੱਛ ਪੜਤਾਲ ਕਰਕੇ ਪਤਾ ਕੀਤਾ ਤਾਂ ਬਾਬਾ ਜੀ 5 ਮਹੀਨੇ ਤੋਂ ਇੱਥੇ ਹੀ ਰਹਿ ਰਹੇ ਹਨ। ਇਹ ਸੁਣ ਕੇ ਤੇ ਉਹਨਾਂ ਦੀ ਨਾਲ ਇਹ ਇੱਥੇ ਇੱਜ਼ਤ ਬੜੀ ਹੋ ਰਹੀ ਹੈ, ਇਹ ਸੁਣ ਕੇ ਸ਼ਾਹ ਹਰਫ ਦੇ ਤਾਂ ਖਾਨੇ ਹੋ ਗਈ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਜਿਸ ਸ਼ਖਸੀਅਤ ਨੂੰ ਉਹ 5 ਮਹੀਨੇ ਪਹਿਲਾਂ ਇੱਕ ਪੈਦਲ ਦੇਖ ਰਿਹਾ ਸੀ ਆਉਂਦਾ, ਤੇ ਉਹ ਵਿਅਕਤੀ 5 ਮਹੀਨਿਆਂ ਤੋਂ ਇਸ ਮੱਕੇ ਦੀ ਧਰਤੀ ਉੱਤੇ ਹੈ ਔਰ ਉਸ ਦਾ ਇੰਨਾ ਮਾਣ ਸਨਮਾਨ ਹੋ ਰਿਹਾ। ਕਹਿੰਦੇ ਨੇ 1000 ਕੋਹ ਪਹਿਲਾਂ ਈਰਾਨ ਦੇ ਇਨੂਲਸ ਸ਼ਹਿਰ ਦੇ ਬਾਹਰ ਜੰਗਲੀ ਸੁਲੇਮਾਨ ਪਹਾੜੀ ਰਸਤੇ ਵਿੱਚ ਬੈਠ ਕੇ ਕੀਰਤਨ ਕਰਨ ਲੱਗੇ। ਤਾਜਦੀਨ ਨੇ ਆਪਣੀ ਕਿਤਾਬ ਜੋ ਲਿਖੀ ਹੈ ਸਿਆਹਤੋ ਬਾਬਾ ਨਾਨਕ ਫਕੀਰ, ਉਹਦੇ ਵਿੱਚ ਦੱਸਿਆ ਹੈ ਕਿ ਉਹ ਆਪਣੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਉਹਨਾਂ ਦੀ ਨਜ਼ਰ ਬਾਬਾ ਜੀ ਤੇ ਪਈ। ਖੁਦਾ ਦੀ ਸਿਫਤ ਸਲਾਹ ਸੁਣ ਕੇ ਉਹ ਵੀ ਉੱਥੇ ਬੈਠ ਗਏ। ਥੋੜ੍ਹੀ ਦੇਰ ਬਾਅਦ ਨਮਾਜ਼ ਦਾ ਸਮਾਂ ਹੋਣ ਕਾਰਨ ਉੱਠ ਕੇ ਚੱਲਣ ਲੱਗਾ ਤਾਂ ਬਾਬਾ ਜੀ ਨੇ ਅਰਬੀ ਜ਼ੁਬਾਨ ਵਿੱਚ ਕਿਹਾ, ਕੁਨਾ ਭਾਵ ਬੈਠ ਜਾ। ਤਾਂ ਮੈਂ ਬੈਠ ਗਿਆ। ਫਿਰ ਥੋੜ੍ਹੀ ਦੇਰ ਬਾਅਦ ਚੱਲਣ ਲੱਗਾ ਤਾਂ ਥੋੜ੍ਹੇ ਕਰੜੇ ਸ਼ਬਦਾਂ ਵਿੱਚ ਬਾਬਾ ਜੀ ਨੇ ਕਿਹਾ, ਵਲੇ ਤਾਜ਼ ਹੋ ਕਿੰਨਾ, ਭਾਵ ਕਿਉਂ ਜਾਂਦੇ ਹੋ, ਬੈਠ ਜਾਓ। ਜਵਾਬ ਵਿੱਚ ਮੈਂ ਅਰਬੀ ਵਿੱਚ ਕਿਹਾ, ਹਜ਼ੂਰ ਨਮਾਜ਼ ਦਾ ਸਮਾਂ ਹੋ ਗਿਆ ਹੈ, ਅੱਗੇ ਪਹਾੜੀ ਵਿੱਚ ਪਾਣੀ ਦੀ ਤਲਾਸ਼ ਕਰ, ਵਜ਼ੂ ਕਰਨ ਉਪਰੰਤ ਹੀ ਨਮਾਜ਼ ਪੜਾਂਗਾ। ਬਾਬਾ ਜੀ ਨੇ ਇਹ ਸੁਣ ਕੇ ਕਿਹਾ, ਲਾ ਤੋ ਕੰਨਾ ਤੂੰ ਮਾਰ ਦੋ ਮਾਤੁੱਲਾ, ਭਾਵ ਹੇ ਖੁਦਾ ਦੇ ਬੰਦੇ, ਤੂੰ ਖੁਦਾ ਦੀ ਰਹਿਮਤ ਤੋਂ ਬੇਜ਼ਾਰ ਨਾ ਹੋ। ਹਿਨਾ ਚਸ਼ਮੇ ਆਬ ਬੇਸਆਰ ਅਸਤ, ਭਾਵ ਇੱਥੇ ਪਾਣੀ ਬਹੁਤ ਮਿਲੇਗਾ, ਭਰੋਸਾ ਰੱਖ। ਇਹ ਸੁਣ ਕੇ ਉਹ ਤਾਜਦੀਨ ਦੱਸਦਾ ਕਿ ਮੇਰੇ ਅੰਦਰ ਪ੍ਰੇਮ ਜਾਗਿਆ ਤੇ ਮੈਂ ਬੈਠ ਗਿਆ ਤੇ ਮੈਨੂੰ ਨਮਾਜ਼ ਭੁੱਲ ਗਈ। ਪਰ ਬਾਬਾ ਜੀ ਨੂੰ ਮੇਰੀ ਨਮਾਜ਼ ਦਾ ਖਿਆਲ ਸੀ। ਉਹਨਾਂ ਨੇ ਮਰਦਾਨਾ ਜੀ ਨੂੰ ਕਿਹਾ, ਇਹਨਾਂ ਨੇ ਨਮਾਜ਼ ਪੜ੍ਹਨੀ ਹੈ, ਪਾਣੀ ਦੀ ਤਲਾਸ਼ ਕਰੋ। ਮਰਦਾਨਾ ਜੀ ਨੇ ਕਿਹਾ, ਹਜ਼ੂਰ ਮੈਂ ਵੀ ਬੜੀ ਦੇਰ ਤੋਂ ਪਿਆਸਾ ਹਾਂ ਤੇ ਮੇਰਾ ਵੀ ਧਿਆਨ ਪਾਣੀ ਦੀ ਤਲਾਸ਼ ਵਿੱਚ ਇਹਨਾਂ ਪਹਾੜੀਆਂ ਵਿੱਚ ਲੱਗਾ ਹੋਇਆ ਹੈ, ਪਰ ਕਿਤੇ ਪਾਣੀ ਨਜ਼ਰ ਨਹੀਂ ਆ ਰਿਹਾ। ਤਾਂ ਬਾਬਾ ਜੀ ਨੇ ਫਰਮਾਇਆ, ਮਰਦਾਨਾ ਜੀ ਇਸ ਧਰਤੀ ਨੇ ਖੁਦਾ ਦੀ ਸਿਫਤ ਸਲਾਹ ਦਾ ਕੀਰਤਨ ਸੁਣਿਆ ਹੈ, ਇਹ ਜ਼ਰੂਰ ਤੁਹਾਨੂੰ ਪਾਣੀ ਦੀ ਬਖਸ਼ਿਸ਼ ਕਰੇਗੀ। ਇਹ ਲੋ ਸਾਡਾ ਆਸਾ, ਭਾਵ ਸੋਟੀ ਨੂੰ ਆਸਾ ਆਖਿਆ ਜਾਂਦਾ ਸੀ। ਉਹ ਸਾਹਮਣੇ ਜੋ ਪੱਥਰ ਉੱਪਰ ਨੂੰ ਉੱਠਿਆ ਹੋਇਆ ਹੈ ਉਸ ਨੂੰ ਇਸ ਆਸਾ ਦੇ ਨਾਲ ਪੁੱਟੋ। ਮਰਦਾਨਾ ਜੀ ਨੇ ਐਸਾ ਹੀ ਕੀਤਾ ਤਾਂ ਪਾਣੀ ਦਾ ਚਸ਼ਮਾ ਫੁੱਟ ਪਿਆ। ਪਾਣੀ ਉੱਪਰ ਆ ਕੇ ਬਾਬਾ ਜੀ ਦੇ ਪੈਰਾਂ ਨੂੰ ਚੁੰਮ ਕੇ ਵਾਪਸ ਚਲਾ ਗਿਆ। ਇਹ ਤਾਜਦੀਨ ਲਿਖਦੇ ਨੇ ਕਿ ਇਹ ਕਰਾਮਾਤ ਵੇਖ ਕੇ ਮੇਰੇ ਦਿਲ ਵਿੱਚ ਬਾਬਾ ਜੀ ਦੀ ਇੱਜ਼ਤ ਬਹੁਤ ਵੱਧ ਗਈ। ਵਜ਼ੂ ਕਰਕੇ ਨਮਾਜ਼ ਪੜ੍ਹ ਲਈ। ਬਾਬਾ ਜੀ ਨੂੰ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਵੀ ਨਮਾਜ਼ ਪੜ੍ਹ ਲਓ। ਜਵਾਬ ਵਿੱਚ ਗੁਰੂ ਜੀ ਨੇ ਕਿਹਾ, ਅਸੀਂ ਤਾਂ ਮੱਕੇ ਜਾ ਕੇ ਹੀ ਨਮਾਜ਼ ਪੜ੍ਹਾਂਗੇ। ਇਹ ਸੁਣ ਕੇ ਤਾਜਦੀਨ ਹੈਰਾਨ ਹੋ ਗਿਆ ਕਿ ਨਮਾਜ਼ ਦਾ ਸਮਾਂ ਤਾਂ ਹੋ ਗਿਆ ਹੈ ਅਤੇ ਮੱਕਾ ਤਾਂ ਇੱਥੋਂ 1000 ਕੋਸ ਤੋਂ ਵੀ ਜ਼ਿਆਦਾ ਦੂਰ ਹੈ। ਤਾਂ ਤਾਜਦੀਨ ਦੱਸ ਰਿਹਾ, ਬਾਬਾ ਜੀ ਨੂੰ ਇਹ ਕਹਿ ਰਿਹਾ ਸੀ ਕਿ ਉਹਨਾਂ ਦੇ ਚਿਹਰੇ ਦੀ ਅਜਿਹੀ ਚਮਕ ਪਈ। ਇਸ ਵਿਚਾਰ ਦੇ ਨਾਲ ਉਹਦੀ ਚਿਹਰੇ ਉੱਤੇ, ਬਾਬਾ ਜੀ ਦੇ ਚਿਹਰੇ ਉੱਤੋਂ ਅਜਿਹੀ ਚਮਕ ਪਈ ਜਿਵੇਂ ਉਹਨੂੰ ਲੱਗਾ ਕਿ ਹਜ਼ਾਰਾਂ ਸੂਰਜਾਂ ਦੀ ਜਿਹੜੀ ਰੋਸ਼ਨੀ ਹੈ ਉਹ ਚਿਹਰੇ ਦੇ ਬਾਬਾ ਜੀ ਦੇ ਇਕੱਠੀ ਹੋ ਚੁੱਕੀ ਹੈ। ਤੇ ਕਹਿੰਦਾ, ਚਮਕ ਦੇ ਨਾਲ ਮੇਰੀਆਂ ਅੱਖਾਂ ਬੰਦ ਹੋ ਗਈਆਂ। ਇੰਨੇ ਵਿੱਚ ਮੇਰਾ ਮੋਢਾ ਕਿਸੇ ਸਖਤ ਚੀਜ਼ ਨਾਲ ਟਕਰਾ ਗਿਆ। ਅੱਖਾਂ ਖੋਲ੍ਹੀਆਂ ਤਾਂ ਵੇਖਿਆ
ਅਸੀਂ ਸਾਰੇ ਅਰਬ ਦੇ ਸਭ ਤੋਂ ਵੱਡੇ ਸ਼ਹਿਰ ਬਹਿਤਲ ਮਕੂਸ ਦੀ ਮਸਜਿਦ ਉਕਸਾ ਦੇ ਪਾਸ ਮੌਜੂਦ ਹਾਂ। ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਇਤਨਾ ਲੰਬਾ ਸਫ਼ਰ ਇੱਕ ਘੜੀ ਵਿੱਚ ਕਿਸ ਤਰ੍ਹਾਂ ਤੈਅ ਹੋ ਗਿਆ। ਹੁਣ ਜਿਤਨਾ ਵੀ ਸਮਾਂ ਬਾਬਾ ਜੀ ਅਰਬ ਵਿੱਚ ਰਹੇ, ਮੈਂ ਉਹਨਾਂ ਦੇ ਨਾਲ ਰਿਹਾ। ਤਾਜਦੀਨ ਉਸ ਪੁਸਤਕ ਦਾ ਲੇਖਕ ਲਿਖਦਾ ਹੈ ਕਿ ਮੈਂ ਬਾਬਾ ਜੀ ਦੇ ਨਾਲ ਰਿਹਾ ਅਤੇ ਉਹਨਾਂ ਸਾਰੇ ਹਾਲਾਤਾਂ ਨੂੰ ਨਾਲ ਨਾਲ ਲਿਖਦਾ ਰਿਹਾ। ਜਦੋਂ ਬਾਬਾ ਜੀ ਨੇ ਵਾਪਸ ਜਾਣ ਦੀ ਤਿਆਰੀ ਕੀਤੀ ਤਾਂ ਮੈਂ ਸਾਰੇ ਵਾਕਿਆਤ ਨੂੰ ਕਿਤਾਬ ਦੀ ਸ਼ਕਲ ਦਿੱਤੀ ਅਤੇ ਨਾਂ ਰੱਖਿਆ ਸਿਜਾਹਤ ਬਾਬਾ ਨਾਨਕ ਫਕੀਰ, ਅਤੇ ਇਸ ਦੀ ਇੱਕ ਕਾਪੀ ਮਦੀਨੇ ਦੀ ਲਾਇਬ੍ਰੇਰੀ ਨੂੰ ਦੇ ਦਿੱਤੀ। ਇਹ ਘਟਨਾ ਚੱਕਰ ਦੱਸਦਾ ਹੈ ਕਿ ਇਹ ਪੁਸਤਕ ਸੁਣੀਆਂ ਗੱਲਾਂ ਨਹੀਂ, ਉਹ ਤਾਜਦੀਨ ਦੀ ਆਪਣੀ ਅੱਖੀ ਦੇਖੀ ਬਾਬਾ ਜੀ ਨਾਲ ਜੋ ਤਜਰਬੇ ਕੀਤੇ ਉਹ ਪੁਸਤਕ ਹੱਥ ਲਿਖਤ ਜਿਹੜੀ ਹੈ, ਉਹ ਪੁਸਤਕ ਅੱਗੇ ਦੀ ਅੱਗੇ ਵੱਖ-ਵੱਖ ਹਵਾਲਿਆਂ ਰਾਹੀਂ ਸਾਡੇ ਤੱਕ ਪਹੁੰਚੀ ਹੈ। ਔਰ ਇਹ ਦਿਲਚਸਪ ਸਫ਼ਰ ਬਾਬਾ ਨਾਨਕ ਜੀ ਦੇ ਇਹ ਸਫ਼ਰ, ਬਾਬਾ ਨਾਨਕ ਜੀ ਦਾ ਇਹ ਨਾਨਕ ਪੰਥੀਆਂ ਦਾ ਸਫ਼ਰ, ਹੋਰ ਕਿਹੜੇ ਲੋਕ ਇਹਦੇ 'ਚ ਆਉਂਦੇ ਰਹੇ ਔਰ ਅਰਬ ਦੇ ਵਿੱਚ ਹੋਰ ਬਾਬਾ ਜੀ ਨੇ ਦੇ ਰਾਹੀਂ ਕਿਹੜੇ ਅਕਾਲ ਪੁਰਖ ਨੇ ਕੌਤਕ ਦਿਖਾਏ ਅਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਮੱਕੇ ਮਦੀਨੇ 'ਚ ਬਣਦੇ ਰਹੇ, ਕਿਸ ਤਰ੍ਹਾਂ ਸ਼ਰਧਾਲੂ ਬਣਦੇ ਰਹੇ ਬਾਬਾ ਜੀ ਦੇ, ਇਹਦੇ ਬਾਰੇ ਗੱਲ ਕਰਾਂਗੇ ਹੁਣ ਆਪਾਂ ਅਗਲੀ ਕੜੀ 'ਚ। ਅੱਜ ਦੀ ਕੜੀ ਇੱਥੇ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।